ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 3 ਜੂਨ ਹੈ, ਦਿਨ ਸ਼ੁੱਕਰਵਾਰ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਅੱਜ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਖਾਸ ਖਬਰਾਂ ਦੱਸਾਂਗੇ। ਸਭ ਤੋਂ ਪਹਿਲਾਂ ਅੱਜ ਦੇ ਦਿਨ ਨਾਲ ਜੁੜਿਆ ਇਤਿਹਾਸ ਦੱਸ ਦਿੰਦੇ ਹਾਂ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਅੱਜ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਦਿਹਾੜਾ ਹੈ। ਦੁਨੀਆ ਭਰ ਦੇ ਵਿੱਚ ਵਸਦੀ ਸਿੱਖ ਸੰਗਤ ਦੇ ਵੱਲੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਅਕੀਦਤ ਭੇਂਟ ਕਰਦਿਆਂ ਸਮਾਗਮ ਕਰਵਾਏ ਜਾਂਦੇ ਨੇ। 38 ਸਾਲ ਪਹਿਲਾਂ ਅੱਜ ਦੇ ਹੀ ਦਿਨ 3 ਜੂਨ 1984 ਨੂੰ ਜਦੋਂ ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ ਹੋਈ ਸੀ ਤਾਂ ਸਰਕਾਰ ਨੇ 36 ਘੰਟੇ ਦੇ ਕਰਫਿਊ ਦਾ ਫਰਮਾਨ ਸੁਣਾ ਦਿੱਤਾ ਸੀ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ। 1984 ਦੇ ਵਿੱਚ ਸਰਕਾਰ ਦੇ ਵੱਲੋਂ ਕਰਫਿਊ ਦਾ ਐਲਾਨ ਇਸ ਕਰਕੇ ਕੀਤਾ ਗਿਆ ਸੀ ਤਾਂ ਕਿ ਸ਼ਹੀਦੀ ਪੁਰਬ ਮਨਾਉਣ ਦੇ ਲਈ ਨਾ ਤਾਂ ਕੋਈ ਅੰਦਰੋਂ ਬਾਹਰ ਆ ਸਕੇ, ਨਾ ਹੀ ਕੋਈ ਬਾਹਰੋਂ ਅੰਦਰ ਜਾ ਸਕੇ। ਸੰਗਤ ਨੂੰ ਇੱਕ ਤਰੀਕੇ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਪਰਿਸਰ ਦੇ ਅੰਦਰ ਕੈਦ ਕਰ ਦਿੱਤਾ ਗਿਆ ਸੀ। ਸਿੱਖ ਸੰਗਤ ਇਸ ਨੂੰ ਤੀਜੇ ਘੱਲੂਘਾਰੇ ਦਾ ਨਾਮ ਦਿੰਦੀ ਹੈ, ਜਿਹੜਾ ਕਿ 1 ਜੂਨ ਤੋਂ ਸ਼ੁਰੂ ਹੋ ਕੇ ਲਗਾਤਾਰ 6 ਜੂਨ ਤੱਕ ਚੱਲਿਆ ਸੀ। 6 ਜੂਨ ਹੀ ਨਹੀਂ, 10 ਜੂਨ ਨੂੰ ਜਾ ਕੇ ਕਿਤੇ ਖੂਨ ਪੀਣੀਆਂ ਬੰਦੂਕਾਂ ਸ਼ਾਂਤ ਹੋਈਆਂ ਸੀ। ਪੰਚਮ ਪਾਤਸ਼ਾਹ ਦੀ ਸ਼ਹਾਦਤ ਨੂੰ ਖਾਲਸ ਟੀਵੀ ਦੀ ਪੂਰੀ ਟੀਮ ਕੋਟਾਨ-ਕੋਟ ਪ੍ਰਣਾਮ ਕਰਦੀ ਹੈ। ਖਬਰਾਂ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਖਿਰਕਾਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਜਾਣਗੇ। ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਵੇਰੇ 8 ਵਜੇ ਦੇ ਕਰੀਬ ਮਾਨਸਾ ਦੇ ਪਿੰਡ ਮੂਸਾ ਵਿੱਚ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਨੂੰ ਜਾ ਕੇ ਮਿਲਣਗੇ। ਇਸ ਖਬਰ ਦੇ ਦਰਮਿਆਨ ਬੜੀ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਪਹੁੰਚਣਗੇ ਤਾਂ ਪੁਲਿਸ ਜਾਂਚ ਨੂੰ ਲੈ ਕੇ ਕੋਈ ਵੱਡਾ ਐਲਾਨ ਕਰ ਸਕਦੀ ਹੈ, ਕੋਈ ਵੱਡੀ ਜਾਣਕਾਰੀ ਦੇ ਸਕਦੀ ਹੈ, ਕਿਉਂਕਿ 4 ਦਿਨਾਂ ਬਾਅਦ ਵੀ ਪੁਲਿਸ ਦੇ ਹੱਥ ਹਾਲੇ ਤੱਕ ਖਾਲੀ ਦੇ ਖਾਲੀ ਨੇ। ਹਾਲਾਂਕਿ ਸਚਨ ਬਿਸ਼ਨੋਈ ਨਾਂ ਦੇ ਇੱਕ ਬੰਦੇ ਨੇ, ਇੱਕ ਵਿਅਕਤੀ ਨੇ ਸ਼ਰੇਆਮ ਇਹ ਕਬੂਲਿਆ ਹੈ ਕਿ ਸਿੱਧੂ ਮੂਸੇਵਾਲੇ ਨੂੰ ਮੈਂ ਗੋਲੀਆਂ ਮਾਰੀਆਂ ਨੇ, ਪਰ ਪੁਲਿਸ ਹਾਲੇ ਜਨਤਕ ਤੌਰ ਤੇ ਕੋਈ ਵੀ ਬਿਆਨ ਨਹੀਂ ਦੇ ਰਹੀ ਹੈ। ਹਾਲਾਂਕਿ ਇਹ ਪਤਾ ਲੱਗਿਆ ਕਿ ਪੁਲਿਸ ਨੇ ਕਾਤਲਾਂ ਦੀ ਪਛਾਣ ਕਰ ਲਈ ਹੈ, ਪਰ ਮੀਡੀਆ ਕਰਮੀਆਂ ਸਮੇਤ ਹੋਰਨਾਂ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਸੰਕੋਚ ਕੀਤਾ ਜਾ ਰਿਹਾ ਹੈ। ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਗੌਰਵ ਤੁਰਾ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਛੇਤੀ ਹੀ ਕਾਤਲਾਂ ਤੱਕ ਪਹੁੰਚਣ ਵਿੱਚ ਸਫਲ ਹੋ ਜਾਊਗੀ। ਕਈ ਟੀਮਾਂ ਨੂੰ ਬਾਹਰ ਰਵਾਨਾ ਕੀਤਾ ਹੋਇਆ। ਜਾਣਕਾਰੀ ਮੁਤਾਬਿਕ ਪੁਲਿਸ ਹੁਣ ਸੀਸੀਟੀਵੀ ਫੁਟੇਜ ਖੰਗਾਲਣ ਦੇ ਵਿੱਚ ਲੱਗੀ ਹੋਈ ਹੈ ਅਤੇ ਪੁਲਿਸ ਦੇ ਹੱਥ ਹੁਣ ਤੱਕ 5 ਸੀਸੀਟੀਵੀ ਫੁਟੇਜ ਲੱਗੀਆਂ ਨੇ, ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਗੱਡੀ ਅਤੇ ਕਾਤਲਾਂ ਦੀਆਂ ਗੱਡੀਆਂ ਦੇਖੀਆਂ ਜਾ ਸਕਦੀਆਂ ਨੇ। ਅੱਜ ਮਾਨਸਾ ਜ਼ਿਲ੍ਹੇ ਦੀਆਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਤੋਂ ਡਿਪਟੀ ਕਮਿਸ਼ਨਰ ਤੱਕ ਰੋਸ ਮਾਰਚ ਵੀ ਕੱਢਣਗੀਆਂ। ਇਹ ਰੋਸ ਮਾਰਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੀ ਅਗਵਾਈ ਵਿੱਚ ਕੱਢਿਆ ਜਾਵੇਗਾ। ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਵੀ ਆ ਚੁੱਕੀ ਹੈ, ਜਿਸ ਮੁਤਾਬਿਕ ਉਸਦੇ ਸਰੀਰ ਦੇ ਵਿੱਚ 19 ਗੋਲੀਆਂ ਦੇ ਜ਼ਖਮ ਨੇ ਤੇ ਉਸਦੀ ਮੌਤ ਛਾਤੀ ਵਿੱਚ ਗੋਲੀ ਲੱਗਣ ਕਾਰਨ ਹੋਈ ਮੰਨੀ ਜਾਂਦੀ ਹੈ ਤੇ ਗੋਲੀਆਂ ਲੱਗਣ ਤੋਂ 15-16 ਮਿੰਟ ਬਾਅਦ ਹੀ ਸਿੱਧੂ ਦੀ ਮੌਤ ਹੋ ਗਈ ਸੀ। ਵਿਸਰਾ ਰਿਪੋਰਟ ਆਉਣੀ ਹਾਲੇ ਬਾਕੀ ਹੈ। ਸਿੱਧੂ ਦੇ ਪਿੰਡ ਵਾਸੀ ਮੰਗ ਕਰ ਰਹੇ ਨੇ ਕਿ ਪਿੰਡ ਦੇ ਵਿੱਚ ਉਸਦੀ ਯਾਦ ਵਿੱਚ ਕੋਈ ਨਾ ਕੋਈ ਯਾਦਗਾਰ ਬਣਨੀ ਚਾਹੀਦੀ ਹੈ। ਕੱਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਪਰਿਵਾਰ ਦੇ ਨਾਲ ਅਫਸੋਸ ਜ਼ਾਹਿਰ ਕਰਨ ਦੇ ਲਈ ਪਹੁੰਚੇ ਸੀ। ਉਹਨਾਂ ਨੇ ਸੰਕੇਤ ਦਿੱਤੇ ਨੇ ਕਿ ਸਿੱਧੂ ਮੂਸੇਵਾਲੇ ਦੀ ਯਾਦਗਾਰ ਬਣਾਈ ਜਾਏਗੀ। ਉਸ ਦੀ ਯਾਦ ਵਿੱਚ ਮਿਊਜ਼ਿਕ ਆਡੀਟੋਰੀਅਮ ਬਣਾਉਣ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਆਉਂਦੇ ਦਿਨਾਂ ਦੇ ਵਿੱਚ ਕਰ ਸਕਦੇ ਨੇ। ਵਿੱਤ ਮੰਤਰੀ ਨੇ ਦੱਸਿਆ ਕਿ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਸਰਕਾਰ ਦੇ ਵੱਲੋਂ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਨੂੰ ਅਮਰ ਰੱਖਣ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ, ਪਰ ਫੈਸਲਾ ਆਖਰੀ ਮੁੱਖ ਮੰਤਰੀ ਹੀ ਲੈਣਗੇ। ਪਿੰਡ ਮੂਸਾ ਦੇ ਅਧੂਰੇ ਸਟੇਡੀਅਮ ਨੂੰ ਵੀ ਪੂਰਾ ਕਰਵਾਇਆ ਜਾਵੇਗਾ। ਮਾਨਸਾ ਦੇ ਵਿੱਚ ਹਸਪਤਾਲ ਵੀ ਬਣਾਏ ਜਾਣ ਦੀ ਗੱਲ ਚੱਲ ਰਹੀ ਹੈ। ਉਧਰ ਸ਼ੁਭਦੀਪ ਸਿੰਘ ਦੀ ਮੌਤ ਤੇ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਨੂੰ ਖਾਸਾ ਘੇਰਿਆ ਹੈ। ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਮੌਤ ਤੇ ਸਿਆਸਤ ਕਰਨ ਵਾਲਿਆਂ ਨੂੰ ਤਿੱਖਾ ਘੇਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ, ਜਿਸਨੇ ਛੋਟੀ ਉਮਰ ਦੇ ਵਿੱਚ ਹੀ ਵੱਡੀ ਸਫਲਤਾ ਤੇ ਸ਼ੋਹਰਤ ਹਾਸਲ ਕੀਤੀ ਸੀ, ਉਸ ਦੀ ਮੌਤ ਤੇ ਰਾਜਨੀਤੀ ਕਰਨਾ ਬੇਹੱਦ ਮੰਦਭਾਗਾ ਹੈ। ਕੰਗ ਨੇ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੀਆਂ ਪੁਰਾਣੀਆਂ ਵੀਡੀਓਜ਼ ਪੇਸ਼ ਕੀਤੀਆਂ, ਜਿਸ ਵਿੱਚ ਸਾਰੇ ਲੀਡਰ ਸਿੱਧੂ ਮੂਸੇਵਾਲੇ ਨੂੰ ਗੈਂਗਸਟਰ ਦੱਸ ਰਹੇ ਨੇ। ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਦੇ ਵਿੱਚ ਜਿਹੜੀਆਂ ਕੁੜੀਆਂ ਟੈਂਕੀ ਦੇ ਉੱਤੇ ਚੜੀਆਂ ਸੀ, ਉਹ ਲਗਾਤਾਰ ਦੂਸਰੇ ਦਿਨ ਵੀ ਡਟੀਆਂ ਰਹੀਆਂ। ਪੰਜਾਬ ਪੁਲਿਸ ਭਰਤੀ 2016 ਦੀਆਂ ਉਮੀਦਵਾਰਾਂ ਜਿਹੜੀਆਂ ਕਿ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਮੰਗ ਕਰ ਰਹੀਆਂ ਨੇ। 7 ਲੜਕੀਆਂ ਅੱਤ ਦੀ ਗਰਮੀ ਦੇ ਬਾਵਜੂਦ ਵੀ ਦੂਸਰੇ ਦਿਨ ਟੈਂਕੀ ਤੇ ਡਟੀਆਂ ਰਹੀਆਂ। ਇੱਕ ਲੜਕੀ ਦੀ ਸਿਹਤ ਵਿਗੜ ਗਈ, ਜਿਸ ਨੂੰ ਸਾਥੀ ਲੜਕੀਆਂ ਖੁਦ ਹੀ ਉੱਤੇ ਹੀ ਸੰਭਾਲ ਰਹੀਆਂ ਨੇ।
ਇਹ ਸਾਰੇ ਉਮੀਦਵਾਰ ਜਿਨ੍ਹਾਂ ਦੀ ਭਰਤੀ ਲਟਕੀ ਪਈ ਹੈ, ਸਿਲੈਕਸ਼ਨ ਹੋਣ ਦੇ ਬਾਵਜੂਦ ਵੀ ਪਿਛਲੇ 24 ਦਿਨਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਇਹ ਨੌਜਵਾਨ ਨੇ, ਮੁੰਡੇ ਕੁੜੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਪੱਕਾ ਮੋਰਚਾ ਲਾ ਕੇ ਬੈਠੇ ਹੋਏ ਨੇ। ਪੰਜਾਬ ਦੇ ਵਿੱਚ ਪਹਿਲੀ ਵਾਰੀ MSP ਤੇ ਮੂੰਗੀ ਦੀ ਖਰੀਦ ਹੋਣੀ ਸ਼ੁਰੂ ਹੋ ਚੁੱਕੀ ਹੈ। ਮਾਰਕਫੈਡ ਨੇ 7,275 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੂੰਗੀ ਦੀ ਖਰੀਦ ਸ਼ੁਰੂ ਕੀਤੀ ਹੈ। ਮਾਰਕਫੈਡ ਨੇ ਪਹਿਲੇ ਦਿਨ ਸੁਨਾਮ ਵਾਸੀ ਰਵਿੰਦਰ ਸਿੰਘ ਤੋਂ 5 ਕੁਇੰਟਲ ਮੂੰਗੀ ਖਰੀਦੀ ਹੈ ਤੇ ਮੂੰਗੀ ਦੀ ਖਰੀਦ 31 ਜੁਲਾਈ ਤੱਕ ਜਾਰੀ ਰਹੇਗੀ। ਖਰੀਦ ਤੋਂ ਪਹਿਲਾਂ ਮਾਰਕੀਟ ਕਮੇਟੀ ਦਫ਼ਤਰ ਵਿੱਚ ਕਿਸਾਨਾਂ ਦੀ ਰਜਿਸਟ੍ਰੇਸ਼ਨ ਹੋਵੇਗੀ। ਉਸ ਤੋਂ ਬਾਅਦ ਪਟਵਾਰੀ ਵੱਲੋਂ ਤਸਦੀਕ ਕੀਤੀ ਜਾਵੇਗੀ ਤੇ ਅਦਾਇਗੀ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਹੋਵੇਗੀ। ਮਾਰਕਫੈਡ ਦੇ ਅਧਿਕਾਰੀਆਂ ਨੇ ਕਿਹਾ ਕਿ ਮੂੰਗੀ ਦੀ ਨਮੀ 12% ਤੋਂ ਵੱਧ ਨਹੀਂ ਹੋਣੀ ਚਾਹੀਦੀ। ਪੰਜਾਬ ਦੇ ਵਿੱਚ ਤਹਿਸੀਲਦਾਰਾਂ ਦੀ ਹੜਤਾਲ ਕਰਕੇ ਲੋਕ ਪਰੇਸ਼ਾਨ ਨੇ। ਪੰਜਾਬ ਸਰਕਾਰ ਵੱਲੋਂ ਬਿਨਾਂ NOC ਜ਼ਮੀਨ ਦੀ ਰਜਿਸਟਰੀ ਕਰਨ ਦੇ ਮਾਮਲੇ ਵਿੱਚ ਤਹਿਸੀਲਦਾਰ ਜੀਵਨ ਗਰਗ ਤੇ ਹਰਮਿੰਦਰ ਸਿੰਘ ਦੀ ਮੁਅੱਤਲੀ ਕੀਤੀ ਸੀ। ਉਸ ਦੇ ਖਿਲਾਫ ਸੂਬੇ ਭਰ ਦੇ ਕਰੀਬ 300 ਜ਼ਿਲ੍ਹਾ ਮਾਲ ਅਫਸਰ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ 6 ਜੂਨ ਤੱਕ ਕਲਮ ਛੋੜ ਹੜਤਾਲ ਤੇ ਹਨ, ਜਿਸ ਕਰਕੇ ਜ਼ਮੀਨਾਂ ਦੀਆਂ ਰਜਿਸਟਰੀਆਂ, ਮੈਰਿਜ ਰਜਿਸਟ੍ਰੇਸ਼ਨਾਂ, ਅਸਲਾ ਲਾਇਸੈਂਸ ਰੀਨਿਊ, ਕਲੈਕਟਰ ਰੇਟ ਤਸਦੀਕ, ਜਾਤੀ ਸਰਟੀਫਿਕੇਟ ਤੇ ਹੋਰ ਕੰਮਾਂ ਦੇ ਲਈ ਆਉਣ ਵਾਲੇ ਲੋਕ ਪਰੇਸ਼ਾਨ ਨੇ। ਬਰਨਾਲਾ ਤੋਂ ਖਬਰ ਹੈ, ਜਿੱਥੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਥੇਰ ਦੀ ਬਰਨਾਲਾ ਰਿਹਾਇਸ਼ ਦੇ ਮੂਹਰੇ ਰੋਸ ਪ੍ਰਦਰਸ਼ਨ ਕਰ ਰਹੇ ਟੈਟ ਪਾਸ ਬੇਰੁਜ਼ਗਾਰ B.Ed ਅਧਿਆਪਕਾਂ ਦੀ ਪੁਲਿਸ ਵੱਲੋਂ ਖਿੱਚ-ਧੂ ਕੀਤੀ ਗਈ। ਸਵੇਰ ਤੋਂ ਹੀ ਸਿੱਖਿਆ ਮੰਤਰੀ ਦੀ ਰਿਹਾਇਸ਼ ਮੂਹਰੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਸਨ। ਰਿਹਾਇਸ਼ ਵੱਲ ਜਾਂਦੀ ਗਲੀ ਵਿੱਚ ਬੈਰੀਕੇਡ ਲਾਏ ਹੋਏ ਸਨ। ਜਿਵੇਂ ਹੀ ਧਰਨਾਕਾਰੀ ਬੈਰੀਕੇਡ ਨੇੜੇ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਿਆ। ਦੋਵੇਂ ਧਿਰਾਂ ਦੇ ਵਿਚਾਲੇ ਜ਼ਬਰਦਸਤ ਖਿੱਚ-ਧੂ ਹੋਈ। ਇਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੇ ਬੈਰੀਕੇਡ ਦੇ ਮੂਹਰੇ ਹੀ ਧਰਨਾ ਲਾ ਦਿੱਤਾ। ਇਸ਼ਤਿਹਾਰ ਦੇ ਵਿੱਚ ਪੋਸਟਾਂ ਦਾ ਵਾਅਦਾ ਕਰਕੇ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦੀ ਇਹ ਸਾਰੇ ਮੰਗ ਕਰ ਰਹੇ ਨੇ। ਜ਼ਿਲ੍ਹਾ ਪ੍ਰਸ਼ਾਸਨ ਨੇ 9 ਜੂਨ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇੱਕ ਦਿਨ ਪਹਿਲਾਂ UP ਦੇ ਵਿੱਚ ਲਖੀਮਪੁਰ ਖੀਰੀ ਕਤਲकांड ਦੇ ਚਸ਼ਮਦੀਦ ਗਵਾਹ ਦਿਲਬਾਗ ਸਿੰਘ ਦੀ ਕਾਰ ਤੇ ਗੋਲੀਆਂ ਚਲਾ ਕੇ ਜਾਨਲੇਵਾ ਜਿਹੜਾ ਹਮਲਾ ਕੀਤਾ ਗਿਆ ਹੈ, ਉਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਹੈ। ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਸਾਰੇ ਗਵਾਹਾਂ ਨੂੰ ਸਖਤ ਸੁਰੱਖਿਆ ਦਿੱਤੀ ਜਾਵੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਨਤੀਜਾ ਤਾਂ ਹਰ ਸਾਲ ਆਉਂਦਾ ਹੈ, ਪਰ ਇਸ ਵਾਰ ਇਸ ਨਤੀਜੇ ਦੇ ਵਿੱਚ ਵੱਖਰਾ ਇਹ ਹੈ ਕਿ ਪਹਿਲੇ ਨੰਬਰ ਤੇ ਮੁੰਡਾ ਆਇਆ ਹੈ। ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਗੁਮਟੀ ਦੇ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। 600 ਵਿੱਚੋਂ 600 ਅੰਕ ਹਾਸਲ ਕੀਤੇ ਨੇ। 100% ਅੰਕ ਹਾਸਲ ਕਰਕੇ ਗੁਮਟੀ ਦੇ ਮਨਪ੍ਰੀਤ ਸਿੰਘ ਨੇ ਬਾਜ਼ੀ ਮਾਰੀ ਹੈ। ਪਤਾ ਲੱਗਿਆ ਕਿ ਮਨਪ੍ਰੀਤ ਛੋਟੇ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੈ। ਪਿਤਾ ਦੀ ਮੌਤ 2014 ਦੇ ਵਿੱਚ ਹੋ ਗਈ ਸੀ। ਮਾਂ ਕੱਪੜੇ ਸਿਉਣ ਦਾ ਕੰਮ ਕਰਕੇ ਆਪਣੇ ਪੁੱਤਰ ਨੂੰ ਪੜ੍ਹਾਉਂਦੀ ਹੈ। ਮਨਪ੍ਰੀਤ IAS ਬਣਨਾ ਚਾਹੁੰਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮਨਪ੍ਰੀਤ ਸਿੰਘ ਗੁਮਟੀ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ ਹੈ। ਅਸੀਂ ਖਾਲਸ TV ਦੀ ਸਾਰੀ ਟੀਮ ਮਨਪ੍ਰੀਤ ਸਿੰਘ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਉਹਨਾਂ ਦੀ ਮਾਤਾ ਨੂੰ ਵੀ ਵਧਾਈਆਂ ਦਿੰਦੇ ਹਾਂ। ਸਿੱਧੂ ਮੂਸੇਵਾਲੇ ਦੀ ਮੌਤ ਦੇ ਸਦਮੇ ਵਿੱਚੋਂ ਹਾਲੇ ਲੋਕ ਤੇ ਚਾਹੁਣ ਵਾਲੇ ਨਹੀਂ ਨਿਕਲੇ ਕਿ ਇੱਕ ਹੋਰ ਰੈਪਰ ਬਾਦਸ਼ਾਹ ਨੂੰ ਨਫ਼ਰਤੀ ਭਰਿਆ ਸੰਦੇਸ਼ ਆਇਆ ਹੈ। ਉਸ ਨੂੰ ਕਿਸੇ ਵਿਅਕਤੀ ਨੇ ਗਾਲ ਕੱਢ ਕੇ ਪੁੱਛਿਆ ਕਿ ਤੂੰ ਕਦੋਂ ਮਰੇਗਾ। ਬੜਾ ਹੈਰਾਨ ਕਰਨ ਵਾਲਾ ਹੈ। ਬਾਦਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸੁਨੇਹਾ ਸਾਂਝਾ ਕਰਦਿਆਂ ਲਿਖਿਆ ਹੈ ਕਿ ਬਸ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਰੋਜ਼ਾਨਾ ਕਿਸ ਪੱਧਰ ਦੀ ਨਫ਼ਰਤ ਦਾ ਸਾਹਮਣਾ ਕਰਦੇ ਹਾਂ। ਜੋ ਤੁਸੀਂ ਦੇਖਦੇ ਹੋ ਉਹ ਭੁਲੇਖਾ ਹੈ, ਜੋ ਤੁਸੀਂ ਸੁਣਦੇ ਹੋ ਉਹ ਝੂਠ ਹੈ। ਪਰ ਕੁਝ ਲੋਕ ਤੁਹਾਨੂੰ ਮਿਲਣ ਲਈ ਮਰੇ ਜਾ ਰਹੇ ਨੇ, ਜਦਕਿ ਕੁਝ ਲੋਕ ਤੁਹਾਡੀ ਮੌਤ ਦੀ ਦੁਆ ਵੀ ਮੰਗ ਰਹੇ ਹੁੰਦੇ ਨੇ। ਇਸ ਦਰਮਿਆਨ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇੱਕ ਅਪੀਲ ਕੀਤੀ ਗਈ ਹੈ ਕਿ ਅਸੀਂ ਸਾਰੇ ਮਿਊਜ਼ਿਕ ਪ੍ਰੋਡਿਊਸਰਾਂ ਨੂੰ ਅਪੀਲ ਕਰਦੇ ਹਾਂ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਕੰਮਕਾਜ ਕੀਤਾ, ਉਹ ਸਿੱਧੂ ਮੂਸੇਵਾਲੇ ਦਾ ਕੋਈ ਵੀ ਕੰਪਲੀਟ ਕੀਤਾ ਜਾਂ ਫਿਰ ਅਧੂਰਾ ਰਹਿ ਚੁੱਕਿਆ ਗਾਣਾ ਰਿਲੀਜ਼ ਨਾ ਕਰਨ, ਉਸ ਨੂੰ ਲੀਕ ਨਾ ਕਰਨ, ਕਿਉਂਕਿ ਉਸ ਪ੍ਰਾਪਰਟੀ ਤੇ ਸਾਰੀ ਪ੍ਰਾਪਰਟੀ ਦੇ ਉੱਤੇ ਸਾਰਾ ਹੱਕ ਉਹਨਾਂ ਦੇ ਮਾਤਾ ਪਿਤਾ ਦਾ ਹੈ। ਸਿੱਧੂ ਮੂਸੇਵਾਲੇ ਦੇ ਨਾਲ ਸੰਬੰਧਿਤ ਕੋਈ ਵੀ ਉਸਦਾ ਕੰਮਕਾਜ ਅਧੂਰਾ ਕਿਸੇ ਵੀ ਪ੍ਰੋਡਿਊਸਰ ਕੋਲ ਪਿਆ ਹੈ ਤਾਂ ਸਾਰਾ ਉਹਨਾਂ ਦੇ ਪਿਤਾ ਨੂੰ ਸੌਂਪ ਦਿੱਤਾ ਜਾਵੇ। ਸਿੱਧੂ ਮੂਸੇਵਾਲੇ ਦੇ ਸਾਰੇ ਅਨਰਿਲੀਜ਼ਡ ਟਰੈਕ 8 ਜੂਨ ਤੋਂ ਬਾਅਦ ਉਸਦੇ ਪਿਤਾ ਨੂੰ ਸੌਂਪਣ ਦੀ ਅਪੀਲ ਉਸਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਕੀਤੀ ਗਈ ਹੈ। ਉਹਨਾਂ ਦੀ IT ਟੀਮ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਜੇ ਕਿਸੇ ਨੇ ਵੀ ਸਿੱਧੂ ਮੂਸੇਵਾਲੇ ਦਾ ਅਨਰਿਲੀਜ਼ਡ ਟਰੈਕ ਲੀਕ ਕੀਤਾ ਤਾਂ ਉਸ ਦੇ ਖਿਲਾਫ ਲੀਗਲ ਐਕਸ਼ਨ ਵੀ ਲਿਆ ਜਾਏਗਾ। ਤੇ ਲਗਾਤਾਰ ਪੰਜਾਬ ਸਮੇਤ ਦੁਨੀਆ ਭਰ ਦੇ ਵਿੱਚ ਵਸਦੇ ਕਲਾਕਾਰ ਅਦਾਕਾਰ ਜਿਹੜੇ ਸਿੱਧੂ ਮੂਸੇਵਾਲੇ ਨੂੰ ਜਾਣਦੇ ਨੇ, ਪਹਿਚਾਣਦੇ ਨੇ, ਉਹ ਹਾਲੇ ਵੀ ਸ਼ੋਕ ਸੰਦੇਸ਼ ਸਾਂਝੇ ਕਰ ਰਹੇ ਨੇ। ਪੰਜਾਬੀ ਗਾਇਕ ਅੰਮ੍ਰਿਤ ਮਾਨ, ਜਿਸ ਨੇ ਸਿੱਧੂ ਮੂਸੇਵਾਲੇ ਦੇ ਨਾਲ ਬੰਬੀਹਾ ਬੋਲੇ ਗਾਣਾ ਕੱਢਿਆ ਸੀ, ਉਸਨੇ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਕੁਝ ਖਬਰਾਂ ਤੁਹਾਨੂੰ ਹੋਰ ਵਿਸਥਾਰ ਨਾਲ ਦੱਸਦੇ ਹਾਂ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਸ਼੍ਰੇਣੀ ਦੀ ਟਰਮ 1 ਅਤੇ ਟਰਮ 2 ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਅਧਿਕਾਰਿਤ ਵੈਬਸਾਈਟ ਤੋਂ ਨਤੀਜਾ ਦੇਖਿਆ ਜਾ ਸਕਦਾ ਹੈ।
मौसम की गल कर लीए तो भारतीय मौसम विभाग के मुताबिक दक्षिण पश्चिमी मॉनसून बंगाल की खाड़ी राही उत्तर पूर्वी भारत के दाखिल हो गया है। अगले 2 दिनों के असम ते मेघालय दे विच भारी मींह पैण की संभावना है। मौसम विभाग ने अगले 5 दिनों तक करनाटका, केरला, महे ते लक्षद्वीप के तटवर्ती ते दक्षिणी अंदरूनी हिस्सों में आंध्र प्रदेश, तेलंगाना, उत्तरी अंदरूनी करनाटक, तमिलनाडु, पुडुचेरी ते होर वख-वख थावां ते मींह पैण की संभावना दसी है। पंजाबी गायक सिद्धू मूसेवाले दे कतल तो 5 दिन बाद पंजाब सरकार ने यू टर्न ले लिया है अपने फैसले ते अते कहा कि 7 जून तो सारे VIPs की सुरक्षा फिर बहाल कर दी जाएगी। हाईकोर्ट दे विच सुनवाई हुई सी। पंजाब सरकार तो जवाब मंगया गया सी हाईकोर्ट दे वल्लों कि आखिरकार ਜਿਹੜੇ ਲੀਡਰਾਂ ਦੀ ਜਾਂ ਫਿਰ ਕਲਾਕਾਰਾਂ ਦੀ ਸੁਰੱਖਿਆ ਘਟਾਈ ਗਈ ਹੈ ਉਸ ਦੇ ਹੁਕਮ ਜਨਤਕ ਕਿਉਂ ਕੀਤੇ ਗਏ। अदालत ने पूछा कि लिस्ट लीक किवें हो गई। दरअसल अदालत दे विच साबका मंत्री OP सोनी की पटीशन ते सुनवाई चल रही सी। सोनी भी उन्हां 424 VVIPs दे विच शामिल ने जिन्हां दी सुरक्षा दे विच कटौती कीती गई है ते हुण पंजाब सरकार ने कहा है कि जून 84 घल्लूकारे दी बरसी तो बाद सब दी वापस लई गई सुरक्षा बहाल कर दित्ती जाएगी। जीरा दे वकील ने कहा कि साडे कोल सिर्फ एक सुरक्षा गार्ड है जबकि मूसेवाले की मौत तो बाद उसके घर 15 सुरक्षा कर्मचारी हुण ला दित्ते गए ने। हुण की फायदा। इस मामले ਵਿੱਚ ਸਰਕਾਰੀ ਵਕੀਲ ਨੇ ਕਿਹਾ ਕਿ ਇੱਕ ਵੱਖਰਾ ਮਾਮਲਾ ਹੈ, ਮੀਡੀਆ ਰਿਪੋਰਟਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਉਸ ਮਾਮਲੇ ਦੇ ਵਿੱਚ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ ਇੱਕ ਸੁਰੱਖਿਆ ਕਰਮੀ ਦਾ ਖਰਚਾ 76000 ਰੁਪਏ ਦਾ ਪੈਂਦਾ ਹੈ। ਜੇ ਇਹਨਾਂ ਨੂੰ ਸੁਰੱਖਿਆ ਚਾਹੀਦੀ ਹੈ ਤਾਂ ਉਹਦਾ ਖਰਚਾ ਇਹ ਆਪ ਚੁੱਕਣ। 2 ਤੋਂ ਵੱਧ ਜੇ ਸੁਰੱਖਿਆ ਕਰਮੀ ਚਾਹੀਦੇ ਨੇ ਸੋ ਇਸ ਤੇ ਅਦਾਲਤ ਨੇ ਵੀ ਕਿਹਾ ਕਿ 2 ਤੋਂ ਵੱਧ ਜਿਹਨੂੰ ਵੀ ਗਾਰਡ ਚਾਹੀਦੇ ਨੇ ਉਹਦਾ ਖਰਚਾ ਉਹਨਾਂ ਨੂੰ ਆਪ ਚੁੱਕਣਾ ਪਵੇਗਾ। अदालत ने कुलबीर सिंह जीरा ते सुखविंदर सिंह डैनी नूं एक होर गार्ड देने की हदायत की है। OP सोनी के वकील ने कहा कि 1966 तो 3 डिप्टी CM होए ने पंजाब दे जिन्हां कोल पहलां Z सुरक्षा सी जो घटा दित्ती गई है। सोनी कोल हालांकि 18 गार्ड ने जिहड़े 3 शिफ्टां दे विच सुरक्षा दे विच तैनात रहिंदे ने पर मंत्री जी नूं साबका मंत्री जी नूं हाले होर भी गार्ड चाहीदे ने। दूसरे पासे श्री अकाल तख्त साहिब दे कार्यकारी जथेदार ज्ञानी हरप्रीत सिंह ने मुड़ सुरक्षा लैण तो साफ इनकार कर दिता। अमृतसर पुलिस कमिश्नर ने सुरक्षा बहाल करन दी अपील है जिहड़ी जां सुनेहा है वो जथेदार साहब नूं लाया पर उन्होंने पुलिस मुलाजमां नूं लैण तो इनकार कर दिता है। 3 दिन पहला जथेदार साहब के 3 सुरक्षा गार्ड्स नूं हटा दिता गया सी। बाकी 3 नूं जथेदार ने आप ही वापस भेज दिता सी। गुरु की नगरी अमृतसर दे विच सुरक्षा सख्त कर दी गई है। जून 84 घल्लूकारे की 38वीं बरसी 6 जून नूं सिख कौम दे वल्लों श्री अकाल तख्त साहिब विखे मनाई जाएगी। इस दे मद्देनज़र पुलिस ने हुक्म दे दिता है कि गुरु की नगरी अमृतसर दे विच 10 जून तक किसी भी तरह का कोई भी हथियार लैके चलन ते मनाही है। जे कोई चलेगा हथियार लैके तां उस ते कानूनी कार्रवाई की जाएगी। पंजाबी गायक सिद्धू मूसेवाले की पोस्टमार्टम रिपोर्ट आ चुकी है। रिपोर्ट दे विच जो कुछ डॉक्टरां ने दस्सिया है सचमुच दिल दहला देने वाला है क्योंकि सिद्धू मूसेवाले दे शरीर ते कुल 19 गोलियां वजियां सी। मूसेवाले दे गोडियां, लत्तां, बाहां, वक्खी, फेफड़ियां, जिगर, छाती अते मोढे दे विच गोलियां मारियां गईयां। खब्बे गोडे ते इकट्ठियां 3 गोलियां मारियां गईयां। सज्जी लत्त दे पट उत्ते 3 गोलियां वजियां ने जो उपर हेठां नूं वजियां ने। सज्जे पासे वाली वक्खी ते भी 4 गोलियां वजियां ने जो कि 2 उपर ते 2 हेठां नूं मारियां गईयां ने। 2 गोलियां मूसेवाले दे सिद्धा ढिड विच यानी कि फेफड़ियां अते लिवर ते लगियां ने। ये भी सज्जे पासे वाल नूं मारियां गईयां ने क्योंकि मूसेवाला ड्राइवर सीट ते बैठा सी ते इधरले पासियों ते सामने वाले पासियों तो मूसेवाले दे उत्ते हमला कीता गया सी। एक गोली मूसेवाले दे मोढे दे हेठले हिस्से उत्ते लगी है ते एक गोली मोढे दे उतले हिस्से ते लगी है। एक गोली छाती विच भी मारी गई है। 4 गोलियां बांह उत्ते लगियां ने, कूहणी उत्ते वजियां ने। पोस्टमार्टम रिपोर्ट दे विच लिखिया गया कि मूसेवाले दी मौत हथियारां नाल कीते फायर करके हुई है क्योंकि गोलियां दे नाल जिहड़े जख्म होए सी वो बहुत ही गंभीर सन। उन्हां दी ताब नाल चलदियां होइयां मूसेवाले दी मौत हो गई। रिपोर्ट दे विच इह भी दस्सिया गया है कि मरहूम गायक दी गोलियां लगण तो बाद 15 मिनटां दे विच मौत हो गई सी। मूसेवाले दा पोस्टमार्टम शरीर दा पोस्टमार्टम मौत तो 12 तो 24 घंटिਆਂ ਦੇ ਬਾਅਦ ਕੀਤਾ ਗਿਆ ਸੀ। ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਜ਼ਿੰਮੇਵਾਰੀ ਉਸੇ ਦਿਨ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਤੇ ਹੁਣ ਲਾਰੈਂਸ ਬਿਸ਼ਨੋਈ ਦਾ ਭਾਣਜਾ ਸਾਹਮਣੇ ਆਇਆ ਸਚਿਨ ਬਿਸ਼ਨੋਈ। ਇਸਨੇ ਨਿਊਜ਼ 18 ਚੈਨਲ ਦੇ ਇੱਕ ਪੱਤਰਕਾਰ ਨੂੰ ਆਪਣੇ ਆਪ ਫੋਨ ਕੀਤਾ ਅਤੇ ਕਬੂਲ ਕੀਤਾ। ਕਹਿੰਦਾ ਮੈਂ ਮੂਸੇਵਾਲੇ ਨੂੰ ਗੋਲੀਆਂ ਮਾਰੀਆਂ ਨੇ, ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲਿਆ ਹੈ, ਮੈਂ ਆਪਣੇ ਹੱਥਾਂ ਨਾਲ ਸਿੱਧੂ ਨੂੰ ਮਾਰਿਆ ਹੈ। ਇਹਨੇ ਦਾਵਾ ਕੀਤਾ ਹੈ, ਆਪਣੇ ਆਪ ਨੂੰ ਸਚਿਨ ਬਿਸ਼ਨੋਈ ਦੱਸਦਾ। ਇਹ ਨੌਜਵਾਨ ਦਾਵਾ ਕਰ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਨੇ ਸਾਡੇ ਭਰਾ ਵਿੱਕੀ ਮਿੱਡੂ ਖੇੜਾ ਨੂੰ ਮਰਵਾਇਆ ਸੀ ਜਿਸ ਦਾ ਬਦਲਾ ਲੈਣ ਵਾਸਤੇ ਅਸੀਂ ਸਿੱਧੂ ਦਾ ਕਤਲ ਕੀਤਾ।
ਇਸਨੇ ਕਿਹਾ ਕਿ ਬੰਬੀਹਾ ਗਰੁੱਪ ਦਾ ਤਾਂ ਸਾਡੇ ਸਾਹਮਣੇ ਕੋਈ ਲੈਵਲ ਹੀ ਨਹੀਂ ਹੈ। ਉਹਨੇ ਤਾਂ ਕਿਹਾ ਸੀ ਕਿ 2 ਦਿਨਾਂ ਦੇ ਵਿੱਚ ਅਸੀਂ ਮੂਸੇਵਾਲੇ ਦੀ ਮੌਤ ਦਾ ਬਦਲਾ ਲੈ ਲਵਾਂਗੇ, ਪਰ ਹਾਲੇ ਤੱਕ ਕੋਈ ਸਾਡੇ ਸਾਹਮਣੇ ਜਿਹੜਾ ਫੜਕਿਆ ਤੱਕ ਨਹੀਂ ਹੈ। ਉਹ ਕਹਿੰਦਾ ਕਿ ਮੈਂ ਕਤਲ ਕੀਤਾ, ਮੇਰੇ ਸਾਹਮਣੇ ਆ ਜਾਓ, ਟਾਈਮ ਦਿਓ ਤੇ ਅਸੀਂ ਉੱਥੇ ਆ ਜਾਵਾਂਗੇ ਤੇ ਫਿਰ ਦੇਖਿਓ ਕਿ ਕੌਣ ਕਿਹਨੂੰ ਮਾਰਦਾ ਹੈ। ਸੋ ਬਹੁਤ ਧਮਕਾਉਣ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਉਹ ਕਹਿੰਦਾ ਕਿ ਅਸੀਂ ਆਪਣੇ ਸਾਰੇ ਵਿਰੋਧੀਆਂ ਨੂੰ ਖਤਮ ਕਰ ਦਿਆਂਗੇ। ਹਥਿਆਰ ਇੰਨੇ ਤਗੜੇ ਤੁਹਾਡੇ ਕੋਲ ਕਿੱਥੋਂ ਆਏ, ਇੰਨੇ ਘਾਤਕ ਹਥਿਆਰ? ਤਾਂ ਬਿਸ਼ਨੋਈ ਨੇ ਕਿਹਾ ਕਿ ਇਹ ਤਾਂ ਕੁਝ ਵੀ ਨਹੀਂ, ਸਾਡੇ ਕੋਲੇ ਹੋਰ ਵੀ ਬਹੁਤ ਸਾਰੇ ਹਥਿਆਰ ਨੇ, ਅਸੀਂ ਇਹ ਨਹੀਂ ਦੱਸਾਂਗੇ ਕਿ ਅਸੀਂ ਕਿੱਥੋਂ ਲਏ ਤੇ ਕਿਸ ਨੇ ਸਾਨੂੰ ਦਿੱਤੇ। ਪਰ ਇਹ ਦਾਅਵਾ ਕੀਤਾ ਕਿ ਵਿੱਕੀ ਮਿੱਡੂ ਖੇੜਾ ਦਾ ਕਤਲ ਹੈ ਜਿਹੜਾ ਉਹ ਸਿੱਧੂ ਮੂਸੇਵਾਲੇ ਨੇ ਕਰਵਾਇਆ ਸੀ। ਉਧਰ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਝਟਕਾ ਮਿਲਿਆ ਹੈ। ਉਸ ਦੀ ਪਟੀਸ਼ਨ ਇੱਥੇ ਵੀ ਖਾਰਜ ਹੋ ਚੁੱਕੀ ਹੈ। ਉਸਨੇ ਇੱਕ ਦਿਨ ਪਹਿਲਾਂ ਦਿੱਲੀ ਦੀ ਅਦਾਲਤ ਤੋਂ ਪਟੀਸ਼ਨ ਵਾਪਸ ਲੈਂਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਸੀ ਮੰਗ ਕਰ ਰਿਹਾ ਹੈ ਕਿ ਉਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਕਿਤੇ ਸ਼ਿਫਟ ਨਾ ਕੀਤਾ ਜਾਵੇ, ਪੰਜਾਬ ਦੇ ਵਿੱਚ ਤਾਂ ਬਿਲਕੁਲ ਨਾ ਭੇਜਿਆ ਜਾਵੇ, ਕਿਉਂਕਿ ਉਸ ਨੂੰ ਪੁਲਿਸ ਦੇ ਐਨਕਾਊਂਟਰ ਦਾ ਡਰ ਹੈ। ਪੰਜਾਬ ਪੁਲਿਸ ਦੇ ਐਨਕਾਊਂਟਰ ਦਾ ਡਰ ਹੈ। ਪੁਲਿਸ ਸੂਤਰ ਦੱਸਦੇ ਨੇ ਕਿ ਪੰਜਾਬ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਿਰਾਸਤ ਵਿੱਚ ਲੈਣਾ ਚਾਹੁੰਦੀ ਹੈ, ਪੁੱਛਗਿੱਛ ਕਰਨਾ ਚਾਹੁੰਦੀ ਹੈ, ਪਰ ਉਸ ਦੇ ਰਾਹ ਦੇ ਵਿੱਚ ਇੱਕ ਵੱਡੀ ਰੁਕਾਵਟ ਵੀ ਖੜੀ ਹੈ। ਇਹ ਰੁਕਾਵਟ ਸੁਪਰੀਮ ਕੋਰਟ ਦਾ ਪੁਰਾਣਾ ਹੁਕਮ ਹੈ, ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਨੂੰ ਉਸ ਦੇ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਰੋਕ ਲਾ ਦਿੱਤੀ ਸੀ, ਜਿਸ ਰਾਹੀਂ ਉਹ ਲਾਰੈਂਸ ਨੂੰ ਪੰਜਾਬ ਲਿਆਉਣਾ ਚਾਹੁੰਦੀ ਸੀ। 2020 ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਜਿਹੜੇ ਦਿੱਤੇ ਸੀ, ਉਸ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਪੁੱਛਗਿੱਛ ਲਈ ਚੰਡੀਗੜ੍ਹ ਲਿਆਉਣ ਦੀ ਇਜਾਜ਼ਤ ਹਾਲਾਂਕਿ ਦੇ ਦਿੱਤੀ ਗਈ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਇਸ ਦਾ ਦਾਅਵਾ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਮੂਸੇਵਾਲੇ ਦਾ ਪਰਿਵਾਰ ਮੂਸੇਵਾਲੇ ਦੇ ਕਤਲकांड ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਉਣ ਦੀ ਮੰਗ ਕਰ ਰਿਹਾ ਹੈ। ਗਜੇਂਦਰ ਸਿੰਘ ਸ਼ੇਖਾਵਤ ਖੁਦ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਮਾਨਸਾ ਦੇ ਪਿੰਡ ਮੂਸਾ ਵਿੱਚ ਪਹੁੰਚੇ ਸੀ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਦਾ ਮਾੜਾ ਦੌਰ ਬੜੀ ਮੁਸ਼ਕਿਲ ਨਾਲ ਖਤਮ ਹੋਇਆ ਹੈ, ਪਰ ਹੁਣ ਇਸ ਗੈਂਗਸਟਰ ਹਮਲੇ ਕਾਰਨ ਪੰਜਾਬ 'ਚ ਫਿਰ ਤੋਂ ਲੋਕ ਡਰ ਦੇ ਮਾਹੌਲ ਦੇ ਵਿੱਚ ਜਿਉ ਰਹੇ ਨੇ। ਸੋ ਜਿਹੜੇ ਸਿਆਸਤਦਾਨ ਨੇ ਉਹ ਇਸ ਤਰ੍ਹਾਂ ਦੇ ਭੜਕਾਊ ਬਿਆਨ ਨੇ ਜਿਹੜੇ ਉਹ ਲਗਾਤਾਰ ਦੇ ਰਹੇ ਨੇ। ਸਿਆਸਤਦਾਨਾਂ ਨੇ ਸਿੱਧੂ ਮੂਸੇਵਾਲੇ ਦੇ ਘਰ ਦੀ ਦੇਹਲੀ ਹੈ ਜਿਹੜੀ ਉਹ ਨੀਵੀਂ ਕਰ ਰੱਖੀ ਹੈ। ਰੋਜ਼ਾਨਾ ਕੋਈ ਨਾ ਕੋਈ ਸਿਆਸੀ ਲੀਡਰ ਹੈ ਜਿਹੜਾ ਉਹ ਹੁਣ ਉੱਥੇ ਜਾ ਕੇ ਬੈਠਦਾ ਹੈ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹੈ। ਇਨਸਾਨੀਅਤ ਦੇ ਨਾਤੇ ਬਿਲਕੁਲ ਜਾਣਾ ਬਣਦਾ ਵੀ ਹੈ, ਪਰ ਸਿਆਸਤਦਾਨਾਂ ਦੀ ਜਿਹੜੀ ਛਵੀ ਉਹ ਇਹੋ ਜਿਹੀ ਬਣ ਚੁੱਕੀ ਹੈ ਕਿ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਜੋ ਵੀ ਕੁਝ ਕਰਦੇ ਨੇ ਸਿਰਫ ਸਿਆਸਤ ਚਮਕਾਉਣ ਦੇ ਲਈ ਹੀ ਕਰਦੇ ਨੇ, ਕਿ ਆਖਿਰਕਾਰ ਇਹਨਾਂ ਨੂੰ ਹੁਣ ਇੰਨਾ ਹੇਜ ਕਿਉਂ ਆ ਰਿਹਾ ਹੈ, ਹੁਣ ਸਿੱਧੂ ਦੇ ਘਰ ਦੀ ਸਰਦਲ ਕਿਉਂ ਨੀਵੀਂ ਕਰ ਰਹੇ ਨੇ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ MP ਹਰਸਿਮਰਤ ਕੌਰ ਬਾਦਲ ਵੀ ਸਿੱਧੂ ਮੂਸੇਵਾਲੇ ਦੇ ਘਰ ਪਹੁੰਚੇ, ਮਾਤਾ ਪਿਤਾ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਕਿਹਾ ਕਿ ਜਵਾਨ ਪੁੱਤ ਦਾ ਕਤਲ ਦਿਨ ਦਿਹਾੜੇ ਮਾਪਿਆਂ ਦੇ ਲਈ ਬੜੀ ਡੂੰਘੀ ਸੱਟ ਹੈ। ਇਸ ਦੇ ਨਾਲ ਹੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਸਰਕਾਰ ਦੇ ਵੱਲੋਂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਗਏ। ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਹੁਣ ਪ੍ਰੋਗਰਾਮ ਬਣ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਕਹਿੰਦੇ ਮੂਸੇਵਾਲੇ ਦੇ ਪਰਿਵਾਰ ਦੇ ਕੋਲ ਜਾ ਰਹੇ ਨੇ, ਦੁੱਖ ਸਾਂਝਾ ਕਰਨ ਦੇ ਲਈ ਜਾ ਰਹੇ ਨੇ। ਬੰਬੀਹਾ ਗੈਂਗ ਨੇ ਹੁਣ ਮੂਸੇਵਾਲੇ ਦੇ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਗੈਂਗਸਟਰ ਭੂਪੀ ਰਾਣਾ ਨੇ ਫੇਸਬੁੱਕ ਪੋਸਟ ਕਰਕੇ ਕਿਹਾ ਕਿ ਕਾਤਲ ਦਾ ਪਤਾ ਲਾਉਣ ਵਾਲੇ ਜਾਂ ਕਤਲ ਦੀ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ, ਉਸ ਨੂੰ 5 ਲੱਖ ਰੁਪਏ ਨਗਦ ਦਿੱਤੇ ਜਾਣਗੇ। ਉਹਨੇ ਲਿਖਿਆ ਕਿ ਮੂਸੇਵਾਲੇ ਦਾ ਮਾਨਸਾ ਵਿੱਚ ਕਤਲ ਹੋਇਆ ਸੀ। ਪੰਜਾਬੀ ਇੰਡਸਟਰੀ ਦੇ ਵਿੱਚ ਜੱਟ ਦਾ ਨਾਮ ਬੋਲਦਾ ਸੀ। ਲਾਰੈਂਸ ਤੇ ਗੋਲਡੀ ਬਰਾੜ ਝੂਠਾ ਦਾਵਾ ਕਰਦੇ ਨੇ ਕਿ ਮੂਸੇਵਾਲਾ ਨੇ ਗੁਰਲਾਲ ਬਰਾੜ ਤੇ ਵਿੱਕੀ ਮਿੱਡੂ ਖੇੜਾ ਦੇ ਕਤਲ ਵਿੱਚ ਬੰਬੀਹਾ ਗਰੁੱਪ ਦੀ ਮਦਦ ਕੀਤੀ ਸੀ। ਕਹਿੰਦੇ ਝੂਠ ਹੈ, ਅਸੀਂ ਜੋ ਵੀ ਕਰਦੇ ਹਾਂ ਆਪਣੇ ਦਮ ਤੇ ਕਰਦੇ ਹਾਂ। ਲਾਰੈਂਸ ਗਰੁੱਪ ਜੋ ਵੀ ਕਰਦਾ ਹੈ ਉਸ ਨੂੰ ਆਪਣੇ ਮਰੇ ਲੋਕਾਂ ਦੇ ਨਾਲ ਜੋੜ ਦਿੰਦਾ ਹੈ। ਭੂਪੀ ਨੇ ਕਿਹਾ ਕਿ ਜਿਸਨੇ ਵੀ ਮੂਸੇਵਾਲਾ ਨੂੰ ਮਾਰਨ ਵਿੱਚ ਮਦਦ ਕੀਤੀ ਇੱਕ ਇੱਕ ਕਰਕੇ ਹਿਸਾਬ ਲਵਾਂਗੇ। ਸਾਡੀ ਹਮਦਰਦੀ ਸਿੱਧੂ ਦੇ ਪਰਿਵਾਰ, ਦੋਸਤਾਂ ਤੇ ਪ੍ਰਸ਼ੰਸਕਾਂ ਦੇ ਨਾਲ ਹੈ। ਅਸੀਂ ਸਿੱਧੂ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ, ਪਰ ਉਸ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ। ਤੇ ਹੁਣ ਤੱਕ ਨੀਰਜ ਬਵਾਨਾ ਗੈਂਗ, ਦਵਿੰਦਰ ਬੰਬੀਹਾ ਗੈਂਗ ਤੇ ਗੌਂਡਰ ਗੈਂਗ ਸਿੱਧੂ ਮੂਸੇਵਾਲੇ ਦੇ ਕਤਲ ਦਾ ਬਦਲਾ ਲੈਣ ਦਾ ਐਲਾਨ ਕਰ ਚੁੱਕੇ ਨੇ, ਪਰ ਦੂਸਰੇ ਪਾਸੇ ਸਚਿਨ ਬਿਸ਼ਨੋਈ ਸਾਹਮਣੇ ਆ ਕੇ ਕਹਿ ਰਿਹਾ ਹੈ ਕਿ ਮੈਂ ਕਤਲ ਕੀਤਾ ਹੈ। ਸੋ ਹੁਣ ਪੰਜਾਬ ਦੇ ਵਿੱਚ ਇਹਨਾਂ ਗੈਂਗਾਂ ਨੂੰ ਜਿਹੜੀ ਕਾਫੀ ਸ਼ਹਿ ਮਿਲ ਰਹੀ ਹੈ ਇਸ ਕਤਲ ਤੋਂ ਬਾਅਦ। ਹਰ ਕੋਈ ਆਪਣੇ ਨਾਮ ਲੈ ਰਿਹਾ, ਅਸੀਂ ਕਤਲ ਕੀਤਾ। ਹਰ ਕੋਈ ਕਹਿ ਰਿਹਾ ਹੈ ਕਿ ਅਸੀਂ ਕਤਲ ਦਾ ਬਦਲਾ ਲਵਾਂਗੇ ਤੇ ਇਸੇ ਤਰੀਕੇ ਨਾਲ ਇਹ ਮੀਡੀਆ ਦੇ ਵਿੱਚ ਹਾਈਲਾਈਟ ਹੋ ਰਹੇ ਨੇ। ਇਸ ਰੁਝਾਨ ਦੇ ਉੱਤੇ ਠੱਲ ਜ਼ਰੂਰ ਪੈਣੀ ਚਾਹੀਦੀ ਹੈ। ਤੇ ਇਸ ਕਤਲ ਤੋਂ ਬਾਅਦ ਹਿੱਟ ਲਿਸਟ ਤੇ ਚੱਲਦੇ ਪੰਜਾਬੀ ਗਾਇਕਾਂ ਦੇ ਵਿੱਚ ਮਨਕੀਰਤ ਔਲਖ ਦਾ ਨਾਮ ਕਾਫੀ ਬੋਲਣ ਲੱਗਿਆ ਹੈ। ਹੁਣ ਤਾਜ਼ੀ ਮਨਕੀਰਤ ਔਲਖ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਪੁਰਾਣੀ ਤਸਵੀਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਲੋਕ ਹੋਰ ਚਰਚਾ ਕਰਨ ਲੱਗੇ ਨੇ। ਤਸਵੀਰ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਲ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਵੀ ਨਜ਼ਰ ਆ ਰਹੇ ਨੇ।
ਇਹ ਪੋਸਟ ਮਨਕੀਰਤ ਔਲਖ ਨੇ ਆਪ ਪਾਈ ਸੀ। ਫੋਟੋ ਸ਼ੇਅਰ ਕੀਤੀ ਸੀ 29 ਦਸੰਬਰ 2014 ਨੂੰ। ਇੰਸਟਾਗ੍ਰਾਮ ਤੇ ਲਿਖਿਆ ਸੀ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਸ਼ੋਅ ਤਾਂ ਬਹੁਤ ਕੀਤੇ ਨੇ, ਪਰ ਜਿਹੜਾ ਜੇਲ੍ਹ ਵਿੱਚ ਕੀਤਾ ਸ਼ੋਅ ਹੈ ਉਹ ਯਾਦਗਾਰੀ ਹੋ ਨਿਬੜਿਆ ਹੈ। 29 ਦਸੰਬਰ 2014 ਨੂੰ ਰੋਪੜ ਜੇਲ੍ਹ ਦੇ ਵਿੱਚ ਖਾੜਾ ਲਾਇਆ ਸੀ ਤੇ ਉਸਨੇ ਇਹ ਤਸਵੀਰ ਸਾਂਝੀ ਕੀਤੀ ਸੀ ਤੇ ਇਹ ਵੀ ਦੱਸਿਆ ਸੀ ਕਿ ਇਹ ਸ਼ੋਅ ਵਿੱਕੀ ਮਿੱਡੂ ਖੇੜਾ ਨੇ ਸਪਾਂਸਰ ਕੀਤਾ ਸੀ। ਹਾਲਾਂਕਿ ਪਤਾ ਲੱਗਿਆ ਕਿ ਮਨਕੀਰਤ ਔਲਖ ਨੇ ਇਸ ਪੋਸਟ ਦੇ ਉੱਤੇ ਕਾਂਟਾ ਮਾਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਦੇ ਵਿੱਚ ਵਧੀ ਹੋਈ ਅਸੁਰੱਖਿਆ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਕਾਂਗਰਸ ਸਾਰੀਆਂ ਸਰਕਾਰ ਵਿਰੋਧੀ ਧਿਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹੈ ਕਿ ਸਿਆਸੀ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਰਣਨੀਤੀ ਘੜੀਏ, ਇਕੱਠੇ ਹੋ ਕੇ ਇੱਕ ਮੀਟਿੰਗ ਕਰੀਏ, ਅਸੀਂ ਸਭ ਦੇ ਨਾਲ ਗੱਲਬਾਤ ਕਰਾਂਗੇ। ਸਿੱਧੂ ਮੂਸੇਵਾਲਾ ਭੋਲੇ ਭਾਅ ਹੀ ਮਾਰਿਆ ਗਿਆ ਹੈ, ਉਸਦੇ ਜ਼ਖਮੀ ਦੋਸਤ ਨੇ ਖੁਲਾਸਾ ਕੀਤਾ ਹੈ। ਹਸਪਤਾਲ ਦੇ ਵਿੱਚ ਜ਼ਖਮੀ ਦੋਸਤ ਦਾ ਇਲਾਜ ਚੱਲ ਰਿਹਾ ਹੈ। ਉਸਨੇ ਕਿਹਾ ਕਿ ਉਹਨਾਂ ਦੀ ਥਾਰ ਗੱਡੀ ਦਾ ਪਿੱਛਾ ਕਰ ਰਹੀਆਂ ਗੱਡੀਆਂ ਦੀ ਭਿਣਕ ਉਹਨਾਂ ਨੂੰ ਪੈ ਗਈ ਸੀ, ਪਰ ਸਿੱਧੂ ਭੋਲਾ ਪੰਛੀ ਰਿਹਾ। ਉਸਨੇ ਸਮਝਿਆ ਕਿ ਕਿਤੇ ਉਹਦੇ ਪ੍ਰਸ਼ੰਸਕ ਉਹਦਾ ਪਿੱਛਾ ਕਰ ਰਹੇ ਨੇ। ਕਹਿੰਦੇ ਮੂਸੇਵਾਲੇ ਨੇ ਉਸ ਦਿਨ ਘਰੋਂ ਨਿਕਲਣ ਵੇਲੇ ਪਹਿਲਾਂ ਪਜੈਰੋ ਗੱਡੀ ਕੱਢੀ ਸੀ, ਪਰ ਉਹਦਾ ਟਾਇਰ ਪੰਚਰ ਸੀ। ਫਿਰ ਥਾਰ ਨੂੰ ਸੈਲਫ ਮਾਰ ਲਈ। ਉਸ ਦਿਨ ਮੂਸੇਵਾਲੇ ਦੀ ਮਾਤਾ ਘਰ ਨਹੀਂ ਸੀ ਕਿਉਂਕਿ ਬੁਲਟ ਪ੍ਰੂਫ ਫੋਰਚੂਨਰ ਦੀ ਚਾਬੀ ਮਾਤਾ ਨੇ ਕਿਤੇ ਰੱਖ ਦਿੱਤੀ ਸੀ। 500 ਮੀਟਰ ਤੱਕ ਕਾਤਲ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਫਿਰ ਉਲਟ ਪਾਸੇ ਤੋਂ ਗੱਡੀ ਮੂਹਰੇ ਲਿਆ ਕੇ ਖੜਾ ਦਿੱਤੀ। ਕਹਿੰਦੇ ਪਹਿਲਾਂ ਟਾਇਰਾਂ ਵਿੱਚ ਗੋਲੀਆਂ ਦਾਗੀਆਂ। ਮੂਸੇਵਾਲਾ ਘਬਰਾਇਆ ਨਹੀਂ, ਕਹਿੰਦਾ ਰਿਹਾ ਕੋਈ ਗੱਲ ਨਹੀਂ, ਡਰੋ ਨਾ, ਹੌਸਲਾ ਰੱਖੋ। ਉਹਨੇ ਵੀ 2 ਫਾਇਰ ਕੀਤੇ ਕਿਉਂਕਿ ਉਹਦੇ ਪਿਸਤੌਲ ਵਿੱਚ ਸਿਰਫ 2 ਹੀ ਗੋਲੀਆਂ ਸਨ। ਮਿੰਟਾਂ ਵਿੱਚ ਹੀ ਥਾਰ ਕਹਿੰਦੇ ਧੂਆਂ ਹੋ ਗਈ ਸੀ। ਫਾਇਰਿੰਗ 2 ਵਾਰੀ ਉਹਨਾਂ ਨੇ ਹਟ ਕੇ ਕੀਤੀ। ਉਦੋਂ ਤੱਕ ਜਦੋਂ ਤੱਕ ਉਹਨਾਂ ਨੂੰ ਇਹ ਨਹੀਂ ਹੋ ਗਿਆ ਯਕੀਨ ਕਿ ਸਿੱਧੂ ਮੂਸੇਵਾਲਾ ਮਾਰਿਆ ਗਿਆ ਹੈ। ਉਹਨੇ ਕਿਹਾ ਕਿ ਜੇ ਭੋਲਾ ਪੰਛੀ ਸਿੱਧੂ ਮੂਸੇਵਾਲਾ ਹਮਲਾਵਰਾਂ ਤੇ ਆਪਣੇ ਪ੍ਰਸ਼ੰਸਕਾਂ ਵਿਚਲਾ ਫਰਕ ਸਮਝ ਲੈਂਦਾ ਤਾਂ ਸ਼ਾਇਦ ਜਾਨ ਬਚ ਜਾਂਦੀ। ਮੂਸੇਵਾਲਾ ਜੇ ਰਾਹ ਬਦਲ ਲੈਂਦਾ ਤਾਂ ਸ਼ਾਇਦ ਕਿਸਮਤ ਦੇ ਵਿੱਚ ਕੁਝ ਚੰਗਾ ਲਿਖਿਆ ਹੁੰਦਾ। ਪੂਸਾ ਪਿੰਡ ਵਾਸੀਆਂ ਨੇ ਹੁਣ ਸਿੱਧੂ ਮੂਸੇਵਾਲੇ ਦੀ ਪਿੰਡ ਵਿੱਚ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ। ਪਿੰਡ ਵਿੱਚ ਸਟੇਡੀਅਮ ਬਣਾਉਣਾ ਚਾਹੁੰਦਾ ਸੀ ਸਿੱਧੂ ਮੂਸੇਵਾਲਾ। ਇਹ ਉਸਦਾ ਇੱਕ ਡ੍ਰੀਮ ਪ੍ਰੋਜੈਕਟ ਸੀ। ਕੁਝ ਸਮਾਂ ਪਹਿਲਾਂ ਸਰਕਾਰੀ ਫੰਡਾਂ ਦੀ ਘਾਟ ਕਰਕੇ ਰੁਕ ਗਿਆ ਸੀ। ਹੁਣ ਪਿੰਡ ਵਾਸੀ ਮੰਗ ਕਰਦੇ ਨੇ ਕਿ ਸਰਕਾਰ ਪਹਿਲ ਦੇ ਆਧਾਰ ਤੇ ਉਸ ਦੇ ਡ੍ਰੀਮ ਪ੍ਰੋਜੈਕਟ ਨੂੰ ਪੂਰਾ ਕਰੇ। ਪਿੰਡ ਦੇ ਪ੍ਰਵੇਸ਼ ਦੁਆਰ ਤੇ ਮੂਸੇਵਾਲੇ ਦੇ ਨਾਮ ਦਾ ਗੇਟ ਲਾਇਆ ਜਾਵੇ ਅਤੇ ਪਿੰਡ ਦੇ ਵਿੱਚ ਬੁੱਤ ਵੀ ਲਾਇਆ ਜਾਵੇ ਕਿਉਂਕਿ ਮੂਸਾ ਪਿੰਡ ਦੇਸ਼ਾਂ ਵਿਦੇਸ਼ਾਂ ਵਿੱਚ ਮੂਸੇਵਾਲੇ ਕਰਕੇ ਫੇਮਸ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀਰਵਾਰ ਨੂੰ ਦਿੱਲੀ ਪਹੁੰਚੇ। ਉੱਥੇ ਉਹਨਾਂ ਨੇ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਦੀ ਰਿਹਾਇਸ਼ ਤੇ ਮੁਲਾਕਾਤ ਹੋਈ ਹੈ। ਹਾਲਾਂਕਿ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਗੱਲਬਾਤ ਹੋਈ ਹੈ ਇਸ ਬਾਰੇ ਕੋਈ ਵੀ ਖਬਰ ਨਹੀਂ ਦਿੱਤੀ ਗਈ। ਇਹ ਦੱਸਿਆ ਕਿ ਸਿਰਫ ਆਮ ਮੁਲਾਕਾਤ ਹੋਈ ਹੈ, ਪਰ ਅਜਿਹੇ ਹਾਲਾਤਾਂ ਦੇ ਵਿੱਚ ਮੁਲਾਕਾਤ ਆਮ ਹੋਵੇ ਇਹ ਗੱਲ ਗਲੇ ਚੋਂ ਉਤਰਦੀ ਨਹੀਂ ਹੈ। ਦਿੱਲੀ ਦੀਆਂ ਬਰੂਹਾਂ ਤੇ ਚੱਲੇ ਕਿਸਾਨੀ ਅੰਦੋਲਨ ਦੌਰਾਨ ਚਰਚਾ ਦੇ ਵਿੱਚ ਆਏ ਨੌਜਵਾਨ ਗੁਰਮੋਹਨਪ੍ਰੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੱਡਾ ਹਲੂਣਾ ਦਿੱਤਾ ਹੈ। ਗੁਰਮੋਹਨਪ੍ਰੀਤ ਨੇ 3 ਪੰਨਿਆਂ ਤੇ ਲਿਖੀ ਚਿੱਠੀ ਵਿੱਚ ਮੁੱਖ ਮੰਤਰੀ ਮੂਹਰੇ ਵੱਡੇ ਸਵਾਲ ਖੜੇ ਕੀਤੇ ਨੇ। ਸ਼ੁਰੂ ਵਿੱਚ ਕਿਹਾ ਹੈ ਕਿ ਤੁਹਾਨੂੰ ਲੋਕਾਂ ਨੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਵੱਡੀਆਂ ਉਮੀਦਾਂ ਨਾਲ ਦਿੱਤੀ ਸੀ। ਤੁਸੀਂ ਆਪਣੇ ਦਫ਼ਤਰ ਦੇ ਪਿੱਛੇ ਇਨਕਲਾਬੀ ਨੌਜਵਾਨ ਦੀ ਤਸਵੀਰ ਤਾਂ ਸਜਾ ਰੱਖੀ ਹੈ, ਪਰ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਕਤਲਾਂ ਨਾਲ ਛਿੱਟੇ ਕਿਹਦੇ ਮੂੰਹ ਤੇ ਪਏ ਨੇ। ਨੌਜਵਾਨ ਨੇ ਮੁੱਖ ਮੰਤਰੀ ਨੂੰ ਪੁੱਛਿਆ ਹੈ ਕਿ ਜਦੋਂ ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਪੱਗ ਲਾਹੀ ਉਹ ਤਸਵੀਰ ਜਦੋਂ ਤੁਹਾਡੇ ਸਾਹਮਣੇ ਆਈ ਹੋਏਗੀ ਕਿ ਤੁਹਾਡਾ ਵੀ ਮਨ ਝੰਜੋੜਿਆ ਨਹੀਂ ਗਿਆ। ਇਸ ਚਿੱਠੀ ਰਾਹੀਂ ਉਹ ਮੁੱਖ ਮੰਤਰੀ ਦੀ ਜਵਾਬਦੇਹੀ ਦੀ ਸਿੱਕ ਪਲੋਸ ਰਹੇ ਨੇ। ਗੁਰਮੋਹਨਪ੍ਰੀਤ ਸਿੰਘ ਗੁਰਮੋਹਨ ਨੇ ਕਿਹਾ ਕਿ ਕੀ ਮੁੱਖ ਮੰਤਰੀ ਸੋਚਦੇ ਨੇ ਕਿ ਜਨਤਾ ਦੀਆਂ ਸਮੱਸਿਆਵਾਂ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਹੱਲ ਹੋ ਸਕਣਗੀਆਂ। ਹੌਂਕਾ ਭਰਿਆ ਕਿ ਇੱਕ ਨੌਜਵਾਨ ਜਿਹੜਾ 올림픽ਸ ਵਿੱਚ ਜਾਣ ਦੀ ਸਮਰੱਥਾ ਰੱਖਦਾ ਸੀ ਉਹ ਗੈਂਗਸਟਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ। ਉਸਨੇ ਆਪਣੀ ਚਿੱਠੀ ਵਿੱਚ ਸਰਕਾਰ ਨੂੰ ਮੁਫਤ ਵਿੱਚ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਮੁੱਖ ਮੰਤਰੀ ਮੂਹਰੇ ਕਈ ਸਵਾਲ ਖੜੇ ਕਰਦਿਆਂ ਕਿਹਾ ਕਿ ਉਹਨਾਂ ਦੀ ਜੇਬ ਦੇ ਵਿੱਚ ਇਹਨਾਂ ਸਾਰੇ ਸਵਾਲਾਂ ਦੇ ਹੱਲ ਨੇ। ਗੁਰਮੋਹਨ ਸਿੰਘ ਨਾਮ ਦੇ ਇਸ ਬੇਬਾਕ ਨੌਜਵਾਨ ਨੇ ਇੱਕ ਹੋਰ ਸਵਾਲ ਖੜਾ ਕਰਦਿਆਂ ਪੁੱਛਿਆ ਕਿ ਇੱਕ ਮੱਧ ਵਰਗੀ ਪਰਿਵਾਰ ਦਾ ਨੌਜਵਾਨ ਜਿਹੜਾ ਸਿਆਸਤਦਾਨ ਨਾਲੋਂ ਵੱਧ ਟੈਕਸ ਭਰਦਾ ਹੈ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਖਿਰਕਾਰ ਕਿਹਦੇ ਸਿਰ ਤੇ ਹੈ। ਉਹਨੇ ਕੇਂਦਰੀ ਏਜੰਸੀਆਂ ਦੇ ਵੱਲੋਂ ਮੂਸੇਵਾਲੇ ਦੀ ਜਾਨ ਨੂੰ ਖਤਰਾ ਦੱਸੇ ਜਾਣ ਦੇ ਬਾਵਜੂਦ ਸੁਰੱਖਿਆ ਘਟਾਉਣ ਉੱਤੇ ਇਤਰਾਜ਼ ਪ੍ਰਗਟ ਕੀਤਾ ਹੈ। ਉਸਨੇ ਮੁੱਖ ਮੰਤਰੀ ਨੂੰ ਇਹ ਕਹਿ ਕੇ ਝੰਜੋੜਿਆ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਪਣੀ ਸੁਰੱਖਿਆ ਲਈ ਹਥਿਆਰ ਰੱਖਣ ਦੀ ਅਪੀਲ ਕੀਤੀ ਸੀ ਤਾਂ ਤੁਸੀਂ ਕਿਸ ਮੂੰਹ ਨਾਲ ਉਹਨਾਂ ਦਾ ਵਿਰੋਧ ਕੀਤਾ ਸੀ। ਜੇ ਤੁਸੀਂ ਸਵੈ ਰੱਖਿਆ ਲਈ ਹਥਿਆਰਾਂ ਨੂੰ ਜਾਇਜ਼ ਨਹੀਂ ਸਮਝਦੇ ਤਾਂ ਤੁਹਾਨੂੰ ਆਪਣੀ ਸਿਕਿਉਰਿਟੀ ਵੀ ਵਾਪਸ ਕਰਨੀ ਚਾਹੀਦੀ ਹੈ। ਸੋ ਤਿੱਖੇ ਸਵਾਲਾਂ ਦੀ ਝੜੀ ਲਾ ਦਿੱਤੀ। ਇਸ ਨੌਜਵਾਨ ਨੇ ਇੱਕ ਨਿੱਜੀ ਪਰ ਤਿੱਖਾ ਸਵਾਲ ਕਰਦਿਆਂ ਫਿਰ ਕਿਹਾ ਕਿ ਜਿਹੜੀ ਸੁਰੱਖਿਆ ਤੁਸੀਂ ਆਪਣੀ ਭੈਣ ਨੂੰ ਦੇ ਰਹੇ ਹੋ ਉਸ ਉੱਤੇ ਕਿਸੇ ਹੋਰ ਦਾ ਹੱਕ ਕਿਉਂ ਨਹੀਂ ਹੈ।
ਉਸਨੇ ਮੁੱਖ ਮੰਤਰੀ ਦੇ ਉਸ ਬਿਆਨ ਦੀ ਵੀ ਖਿੱਲੀ ਉਡਾਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਵਿੱਚ ਅੰਗਰੇਜ਼ ਬਾਹਰੋਂ ਨੌਕਰੀ ਕਰਨ ਲਈ ਆਇਆ ਕਰਨਗੇ। ਗੁਰਮੋਹਨ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਹੀ ਅਜਿਹੇ ਬਣ ਗਏ ਨੇ ਕਿ ਹੁਣ ਵਿਦੇਸ਼ਾਂ ਵਿੱਚ ਉਡਾਰੀ ਮਾਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਗਿਆ। ਮੁੱਖ ਮੰਤਰੀ ਦੇ ਸੁਪਨਿਆਂ ਦੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਯੋਗਦਾਨ ਪਾਉਣ ਦੀ ਪੇਸ਼ਕਸ਼ ਨੂੰ ਨੌਜਵਾਨ ਨੇ ਦੁਹਰਾਇਆ ਹੈ। ਮੁੱਖ ਮੰਤਰੀ ਤੋਂ ਜਵਾਬ ਦੀ ਤਵੱਕੂ ਰੱਖਦਿਆਂ ਉਮੀਦ ਵੀ ਪ੍ਰਗਟ ਕੀਤੀ ਹੈ ਕਿ ਅਗਲੀ ਵਾਰੀ ਜਦੋਂ ਉਹ ਚਿੱਠੀ ਲਿਖਣ ਤਾਂ ਮਾਣਯੋਗ ਬ੍ਰੈਕਟ ਦੇ ਵਿੱਚ ਨਾ ਲਿਖਣਾ ਪਵੇ, ਨਾ ਹੀ ਕਾਲੀ ਸਿਆਹੀ ਦੀ ਵਰਤੋਂ ਕਰਨ ਦੀ ਲੋੜ ਪਵੇ। ਚਿੱਠੀ ਹੈ ਜਿਹੜੀ ਉਹ ਕਾਲੀ ਸਿਆਹੀ ਦੇ ਨਾਲ ਲਿਖੀ ਗਈ ਹੈ, ਰੋਸ ਵਜੋਂ ਲਿਖੀ ਗਈ ਹੈ। ਗੁਰਮੋਹਨ ਪ੍ਰੀਤ CMO ਆਫਿਸ ਵੀ ਗਏ ਨੇ, ਉੱਥੇ ਮੁੱਖ ਮੰਤਰੀ ਦੇ OSD ਦੇ ਨਾਲ ਮੁਲਾਕਾਤ ਵੀ ਹੋਈ ਹੈ ਤੇ ਉਹਨਾਂ ਨੂੰ ਆਸ ਹੈ ਕਿ ਮੁੱਖ ਮੰਤਰੀ ਦੇ ਨਾਲ ਨੌਜਵਾਨ ਦੀ ਮੀਟਿੰਗ ਹੈ ਜਿਹੜੀ ਉਹ ਛੇਤੀ ਹੋਵੇਗੀ। ਪੰਜਾਬ ਦੇ ਵਿੱਚ ਨਾਇਬ ਤਹਿਸੀਲਦਾਰ ਬਣਨ ਦਾ ਸੁਪਨਾ ਲੈਣ ਵਾਲੇ ਨੌਜਵਾਨਾਂ ਦਾ ਸੁਪਨਾ ਇੱਕ ਵਾਰੀ ਫਿਰ ਤੋਂ ਟੁੱਟ ਗਿਆ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਪ੍ਰੀਖਿਆ ਦੇ ਨਤੀਜੇ ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਤਾਜ਼ਾ ਸੁਣਾਏ ਹੁਕਮਾਂ ਵਿੱਚ ਕਿਹਾ ਕਿ ਅਗਲੇ ਹੁਕਮਾਂ ਤੱਕ ਨਤੀਜਾ ਤਿਆਰੀ ਲਈ ਸ਼ੁਰੂ ਕੀਤੇ ਕੰਮ ਇੱਥੇ ਹੀ ਠੱਪ ਕਰ ਦਿੱਤੇ ਜਾਣ। ਕੇਸ ਦੀ ਸੁਣਵਾਈ ਜਸਟਿਸ ਮਹਾਵੀਰ ਸਿੰਘ ਸਿੰਧੂ ਨੇ ਅਗਲੀ ਤਰੀਕ ਜੁਲਾਈ ਦੇ ਪਹਿਲੇ ਹਫਤੇ ਲਈ ਮੁਕਰਰ ਕਰ ਦਿੱਤੀ। ਪੰਜਾਬ ਸਰਕਾਰ ਨੇ 78 ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਲੰਘੀ 22 ਮਈ ਨੂੰ ਪ੍ਰੀਖਿਆ ਲਈ ਸੀ। 7600 ਉਮੀਦਵਾਰ ਬੈਠੇ ਸਨ। ਦਰਅਸਲ ਕੁਝ ਉਮੀਦਵਾਰਾਂ ਨੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ ਕਿ ਇਹ ਪ੍ਰੀਖਿਆ ਜਿਹੜੀ ਪੰਜਾਬੀ ਦੇ ਵਿੱਚ ਕਿਉਂ ਨਹੀਂ ਸੀ, ਸਿਰਫ ਇੰਗਲਿਸ਼ ਦੇ ਵਿੱਚ ਕਿਉਂ ਸੀ। ਇਸ ਤੇ ਹਾਈ ਕੋਰਟ ਨੇ ਸੁਣਵਾਈ ਕੀਤੀ। ਸੰਗਰੂਰ ਦੀ ਜ਼ਿਮਨੀ ਚੋਣ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਸੰਤ ਸਮਾਜ ਦਮਦਮੀ ਟਕਸਾਲ ਬੰਦੀ ਸਿੰਘ ਰਿਹਾਈ ਮੋਰਚਾ ਸ਼ਾਮਿਲ ਨੇ, ਇਹਨਾਂ ਨੇ ਫਾਂਸੀ ਦੀ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੂੰ ਸਾਂਝਾ ਉਮੀਦਵਾਰ ਐਲਾਨਣ ਦਾ ਫੈਸਲਾ ਲਿਆ ਹੈ ਤੇ ਉਹ ਲੁਧਿਆਣਾ ਦੇ ਵਿੱਚ ਪਹੁੰਚੇ ਨੇ। ਭਾਈ ਰਾਜੋਆਣਾ ਦੀ ਰਿਹਾਇਸ਼ ਤੇ ਪਹੁੰਚੇ, ਭੈਣ ਕਮਲਜੀਤ ਕੌਰ ਦੇ ਗਲ ਵਿੱਚ ਸਿਰੋਪਾ ਪਾ ਕੇ ਉਹਨਾਂ ਨੂੰ ਪੰਥ ਦਾ ਸਾਂਝਾ ਉਮੀਦਵਾਰ ਐਲਾਨਿਆ। ਹਾਲਾਂਕਿ ਕਮਲਜੀਤ ਕੌਰ ਨੇ ਕਿਹਾ ਕਿ ਉਹ ਆਪਣੇ ਭਰਾ ਨਾਲ ਗੱਲ ਕਰਕੇ ਹੀ ਆਖਰੀ ਫੈਸਲਾ ਲੈਣਗੇ। ਛੇਤੀ ਉਹ ਭਾਈ ਰਾਜੋਆਣਾ ਦੇ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਨ ਦੇ ਲਈ ਜਾ ਰਹੇ ਨੇ। ਸੋ ਇਹ ਜਿਹੜਾ ਫੈਸਲਾ ਹੈ ਪੰਥਕ ਜਥੇਬੰਦੀਆਂ ਦਾ, ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਜ਼ਰੂਰ ਝਟਕਾ ਲੱਗੇਗਾ। ਉਹਨਾਂ ਨੂੰ ਜਿਹੜੀ ਹੈ ਹੁਣੇ ਸਾਨੂੰ ਵੀ ਪਤਾ ਲੱਗਿਆ ਸੀ ਕਿ ਇੱਕ ਦਿਨ ਪਹਿਲਾਂ ਸਿਮਰਨਜੀਤ ਸਿੰਘ ਮਾਨ ਹੁਣਾਂ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜੋ ਇੱਕ ਸਾਂਝੇਦਾਰੀ ਬਣੀ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਤੇ, ਉਹ ਟੁੱਟ ਗਈ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਵਾਇਆ ਸੰਤ ਸਮਾਜ ਸਿੱਖ ਜਥੇਬੰਦੀਆਂ ਭਾਈ ਰਾਜੋਆਣਾ ਦੀ ਭੈਣ ਨੂੰ ਇਥੋਂ ਉਮੀਦਵਾਰ ਐਲਾਨ ਰਹੀ ਹੈ। ਹਾਲ ਦੀ ਘੜੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਚੁੱਪ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇੱਕਦਮ ਪਾਸਾ ਪਲਟ ਗਿਆ ਹੈ। ਕੁਝ ਹਾਦਸਿਆਂ ਦੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਅੰਮ੍ਰਿਤਸਰ ਬਠਿੰਡਾ ਕੌਮੀ ਮਾਰਗ ਤੇ ਲੰਘੀ ਰਾਤ ਕਰੀਬ 2 ਵਜੇ ਇੱਕ ਟਰੈਕਟਰ ਤੇ ਟਰੱਕ ਦੇ ਟਕਰਾ ਜਾਣ ਨਾਲ ਭਿਆਨਕ ਹਾਦਸਾ ਵਾਪਰਿਆ। 3 ਨੌਜਵਾਨਾਂ ਦੀ ਮੌਤ ਹੋ ਗਈ, 11 ਜ਼ਖਮੀ ਹੋਏ ਨੇ। ਇਹ ਸਾਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਜਾ ਰਹੇ ਸੀ। ਪਿੱਛੇ ਤੋਂ ਆ ਰਹੇ ਟਰਾਲੇ ਨੇ ਟਰੈਕਟਰ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਜ਼ਿਲ੍ਹਾ ਜੰਗਲਾਤ ਅਫਸਰ ਗੁਰਅਮਨਪ੍ਰੀਤ ਸਿੰਘ ਬੈਂਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਠੇਕੇਦਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪਿਛਲੇ ਦਿਨੀ ਜੰਗਲਾਤ ਵਿਭਾਗ ਨੇ ਪਿੰਡ ਕਰੋਰਾ ਨੇੜੇ ਫਾਰਮ ਹਾਊਸ ਨੂੰ ਤੋੜ ਕੇ ਉਸ ਤੇ ਕਬਜ਼ਾ ਕਰ ਲਿਆ ਸੀ, ਜਿਸ ਸੰਬੰਧੀ ਫਾਰਮ ਹਾਊਸ ਦੇ ਮਾਲਕ ਦਵਿੰਦਰ ਸੰਧੂ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਤੇ ਕਾਰਵਾਈ ਕਰਦਿਆਂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਤਿਹਗੜ੍ਹ ਸਾਹਿਬ ਤੋਂ ਖਬਰ ਹੈ ਜਿੱਥੇ ਪਿੰਡ ਖੰਟ ਮਾਨਪੁਰ ਦੇ ਨੇੜੇ ਲੰਘੀ ਰਾਤ ਨੌਜਵਾਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 29 ਸਾਲਾ ਇਸ਼ਮਿੰਦਰ ਸਿੰਘ ਤ੍ਰਿਪੜੀ ਪਟਿਆਲਾ ਵਾਸੀ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਹੈ ਕਿ ਇਸ ਨੌਜਵਾਨ ਦੀ ਲਾਸ਼ ਵਰਨਾਕਾਰ ਦੇ ਵਿੱਚੋਂ ਮਿਲੀ। ਪੁਲਿਸ ਨੂੰ ਕਿਸੇ ਨੇ ਸੂਚਿਤ ਕੀਤਾ। ਪੁਲਿਸ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਕਾਰ ਸਟਾਰਟ ਖੜੀ ਸੀ, ਅੰਦਰ ਲਾਸ਼ ਪਈ ਸੀ। ਮ੍ਰਿਤਕ ਦੇ ਕੋਲੋਂ ਲਾਇਸੈਂਸੀ ਰਿਵਾਲਵਰ ਵੀ ਮਿਲਿਆ ਹੈ। ਕੁਝ ਸਮਾਂ ਪਹਿਲਾਂ ਹੀ ਮ੍ਰਿਤਕ ਦਾ ਵਿਆਹ ਹੋਇਆ ਸੀ। ਇਸਨੇ ਆਪਣਾ ਨਵਾਂ ਘਰ ਵੀ ਬਣਾਇਆ ਸੀ ਤੇ ਪੁਲਿਸ ਮੁੱਢਲੀ ਜਾਂਚ ਦੇ ਵਿੱਚ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਹੀ ਮੰਨ ਰਹੀ ਹੈ। ਜਲੰਧਰ ਤੋਂ ਖਬਰ ਹੈ ਜਿੱਥੇ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਗਨਮੈਨ ਨੇ ਆਪਣੀ ਬੰਦੂਕ ਦੇ ਨਾਲ ਗੋਲੀ ਮਾਰ ਕੇ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਪਰਿਵਾਰ ਦੇ ਵਿੱਚ ਚੱਲ ਰਹੇ ਵਿਵਾਦ ਤੋਂ ਕਾਫੀ ਪਰੇਸ਼ਾਨ ਰਹਿੰਦਾ ਸੀ। ਪਿਛਲੇ 4 ਦਿਨਾਂ ਤੋਂ ਛੁੱਟੀ ਤੇ ਵੀ ਸੀ। ਹੁਣੇ ਡਿਊਟੀ ਤੇ ਪਰਤਿਆ ਸੀ ਵੀਰਵਾਰ ਨੂੰ ਹੀ ਤੇ ਉਹਨੇ ਆਪਣੀ ਸਰਕਾਰੀ ਬੰਦੂਕ ਦੇ ਨਾਲ ਖੁਦ ਨੂੰ ਕਥਿਤ ਤੌਰ ਤੇ ਗੋਲੀ ਮਾਰ ਲਈ। ਪੰਜਾਬ ਸਰਕਾਰ ਨੇ ਜਲੰਧਰ ਸਥਿਤ ਪਿੰਮਸ ਦੇ ਵਿੱਚ ਫੰਡਾਂ ਦੀ ਕਥਿਤ ਦੁਰਵਰਤੋਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਸਾਬਕਾ ਅਕਾਲੀ ਮੰਤਰੀ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਉਹ ਪਿੰਮਸ ਚੈਰੀਟੇਬਲ ਸੁਸਾਇਟੀ ਦੇ ਮੁਖੀ ਸਨ, ਜਿਸ ਨੂੰ 2009 ਤੋਂ 10 ਵਿੱਚ ਤਤਕਾਲੀ ਅਕਾਲੀ ਸਰਕਾਰ ਨੇ 99 ਸਾਲ ਦੀ ਲੀਜ਼ ਤੇ ਸੰਸਥਾ ਅਲਾਟ ਕੀਤੀ ਸੀ। ਸੂਬਾ ਸਰਕਾਰ ਨੇ ਪਿਛਲੇ 6 ਸਾਲਾਂ ਦੇ ਵਿੱਚ ਸੰਸਥਾ ਵਿੱਚ ਫੰਡਾਂ ਦੀ ਕਥਿਤ ਦੁਰਵਰਤੋਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ ਕਿਉਂਕਿ ਪਿਛਲੇ 6 ਸਾਲਾਂ ਦੇ ਵਿੱਚ ਗਵਰਨਿੰਗ ਬਾਡੀ ਦੀ ਕੋਈ ਮੀਟਿੰਗ ਨਹੀਂ ਹੋਈ, ਇਸ ਲਈ ਦੁਰਵਰਤੋਂ ਕਿਸੇ ਦੇ ਧਿਆਨ ਵਿੱਚ ਨਹੀਂ ਗਈ। ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਵਿੱਚ ਵਾਹਨ ਵਿੱਚ ਧਮਾਕਾ ਹੋਣ ਕਾਰਨ 3 ਜਵਾਨ ਜ਼ਖਮੀ ਹੋ ਗਏ। ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਦੱਸਿਆ ਕਿ ਧਮਾਕੇ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ
ਸਾਹਿਬ ਤੇ ਹੋਏ ਫੌਜੀ ਹਮਲੇ ਦੀ ਯਾਦ ਹੈ ਜਿਹੜੀ ਉਹ ਮਨਾਈ ਜਾ ਰਹੀ ਹੈ। 38ਵੀਂ ਬਰਸੀ ਮਨਾਈ ਜਾ ਰਹੀ ਹੈ। ਇਸੇ ਤਹਿਤ ਜਦੋਂ ਫੌਜ ਦੀ ਗੋਲੀ ਲੱਗਣ ਦੇ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੁਸ਼ੋਭਿਤ ਪਾਵਨ ਸਰੂਪ ਨੂੰ ਵੀ ਗੋਲੀ ਲੱਗੀ ਸੀ ਤਾਂ ਉਹਨਾਂ ਪਾਵਨ ਸਰੂਪਾਂ ਨੂੰ ਪਿਛਲੇ ਸਾਲ ਤੋਂ ਸੰਗਤ ਦੇ ਦਰਸ਼ਨ ਲਈ ਵੀ ਸੁਸ਼ੋਭਿਤ ਕੀਤਾ ਜਾਣ ਲੱਗਿਆ ਹੈ ਅਤੇ 2 ਜੂਨ ਨੂੰ ਵੀਰਵਾਰ ਨੂੰ ਸੰਗਤ ਦੇ ਲਈ ਇਹ ਪਾਵਨ ਸਰੂਪ ਸੁਸ਼ੋਭਿਤ ਕੀਤੇ ਗਏ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਗੁਰਬਖਸ਼ ਸਿੰਘ ਅਸਥਾਨ ਤੇ ਪਾਵਨ ਸਰੂਪਾਂ ਦੇ ਦਰਸ਼ਨ 5 ਜੂਨ ਤੱਕ ਸੰਗਤ ਕਰ ਸਕਦੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਦੇ ਬਾਹਰ ਜਿਹੜਾ ਇਤਿਹਾਸ ਬਚਾਓ ਸਿੱਖੀ ਬਚਾਓ ਮੋਰਚਾ ਚੱਲ ਰਿਹਾ ਸੀ ਉਹ ਆਖਿਰਕਾਰ ਫਤਿਹ ਹੋ ਗਿਆ ਹੈ। ਮੋਰਚੇ ਦੀ ਅਗਵਾਈ ਕਰਨ ਵਾਲੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇਸ ਮੋਰਚੇ ਵਾਲੀ ਥਾਂ ਤੇ ਪਹੁੰਚੇ। ਉਹਨਾਂ ਨੇ ਐਲਾਨ ਕੀਤਾ, ਭਰੋਸਾ ਦਿਵਾਇਆ ਕਿ ਜਿਨ੍ਹਾਂ ਦੇ ਖਿਲਾਫ ਪਰਚੇ ਦਰਜ ਹੋਏ ਨੇ, FIR ਦਰਜ ਹੋਈਆਂ ਨੇ, ਉਹਨਾਂ ਸਾਰਿਆਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇਗਾ, ਚਾਹੇ ਕੋਈ ਲੇਖਕ ਹੈ, ਪਬਲਿਸ਼ਰ ਹੈ ਜਾਂ ਕੋਈ ਵੀ ਦੋਸ਼ੀ ਹੈ ਜਿਸ ਨੇ ਗਲਤ ਇਤਿਹਾਸ ਛਾਪਿਆ। ਉਸ ਤੋਂ ਬਾਅਦ ਬਲਦੇਵ ਸਿੰਘ ਸਿਰਸਾ ਨੇ ਐਲਾਨ ਕੀਤਾ ਕਿ ਮੋਰਚਾ 3 ਮਹੀਨੇ ਦੇ ਲਈ ਮੁਲਤਵੀ ਕੀਤਾ ਗਿਆ ਹੈ। ਆਉਂਦੇ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਗੁਰਦੁਆਰਾ ਅੰਬ ਸਾਹਿਬ ਬੈਠਕ ਕੀਤੀ ਜਾਵੇਗੀ। ਮੋਰਚੇ ਦੇ ਲੀਡਰਾਂ ਦੇ ਵੱਲੋਂ ਉਸ ਦੇ ਵਿੱਚ ਸਥਿਤੀ ਨੂੰ ਵਿਚਾਰਿਆ ਜਾਵੇਗਾ ਕਿ ਪੰਜਾਬ ਸਰਕਾਰ ਕੀ ਕੁਝ ਕਾਰਵਾਈ ਕਰ ਰਹੀ ਹੈ। ਸੋ ਆਖਿਰਕਾਰ ਦਸੰਬਰ ਮਹੀਨੇ ਤੋਂ ਪਿਛਲੀ ਸਰਕਾਰ ਦੇ ਵੇਲੇ ਤੋਂ ਇਹ ਮੋਰਚਾ ਸ਼ੁਰੂ ਹੋਇਆ ਸੀ। ਕੜਾਕੇ ਦੀ ਠੰਡ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਹੁਣ ਕੜਾਕੇ ਦੀ ਗਰਮੀ ਦੇ ਵਿੱਚ ਕਈ ਮਹੀਨਿਆਂ ਤੋਂ ਬਾਅਦ ਇਹ ਮੋਰਚਾ ਸਮਾਪਤ ਹੋ ਗਿਆ। ਪਰ ਸਿਰਸਾ ਨੇ ਕਿਹਾ ਕਿ ਮੋਰਚਾ ਮੁਲਤਵੀ ਹੋਇਆ, ਮੋਰਚਾ ਮੁੱਕਿਆ ਨਹੀਂ ਹੈ। ਅੱਜ ਸਪੀਕਰ ਸਾਹਿਬ ਆਏ ਨੇ ਔਰ ਇਹ ਵੀ ਤੁਹਾਨੂੰ ਦੱਸਿਆ ਕਿ ਉਹ ਵਿਸ਼ਵਾਸ ਦਵਾ ਗਿਆ ਕਿ ਜਿਸ ਤਰ੍ਹਾਂ ਇੱਕ FIR ਪਹਿਲਾਂ ਹੋ ਚੁੱਕੀ ਆ, ਬਾਕੀ ਰਹਿੰਦੀਆਂ FIR ਵੀ ਹੋ ਜਾਣਗੀਆਂ ਔਰ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਇਨਵੈਸਟੀਗੇਸ਼ਨ ਕਰਕੇ ਜਿੰਨੇ ਵੀ ਇਹਦੇ ਵਿੱਚ ਦੋਸ਼ੀ ਆਉਣਗੇ, ਚਾਹੇ ਉਹ ਰਿਵਿਊਕਾਰ ਹੋਣ, ਚਾਹੇ ਅਕਾਦਮਿਕ ਦੇ ਹੋਣ, ਚਾਹੇ ਉਹ ਪਬਲਿਸ਼ਰ ਹੋਣ, ਚਾਹੇ ਜੋ ਵੀ ਹੋਵੇਗਾ ਉਹਨਾਂ ਦੇ ਵਿੱਚ, ਚਾਹੇ ਹੋਰ ਵੀ ਕਿਉਂ ਨਾ ਉੱਚ ਅਧਿਕਾਰੀ ਵੀ ਕਿਉਂ ਨਾ ਹੋਣ, ਡਾਇਰੈਕਟਰ ਵਗੈਰਾ ਵੀ ਕਿਉਂ ਨਾ ਹੋਣ, ਜਿੰਨੇ ਵੀ ਲੋਕ ਆਉਣਗੇ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਕੀਤੀ। ਬਿਲਕੁਲ ਅਸੀਂ ਅੱਜ ਤੋਂ ਇਹ ਧਰਨਾ ਜਿਹੜਾ ਸਾਰਿਆਂ ਦੀ ਰਾਏ ਦੇ ਨਾਲ ਸਾਰਿਆਂ ਨੇ ਸਹਿਯੋਗ ਆਵਾਜ਼ ਦਿੱਤੀ ਆ ਕਿ ਇਹ ਮੁਲਤਵੀ ਕੀਤਾ ਜਾਏ ਤੇ ਜੇ ਇਹ ਸਾਨੂੰ ਇਨਸਾਫ ਨਾ ਮਿਲਿਆ ਤੇ ਇਹਦੀ ਅਸੀਂ ਅਗਲੇ ਜੁਲਾਈ ਦੇ ਮਹੀਨੇ ਪਹਿਲੇ ਮਹੀਨੇ ਦੇ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ 'ਚ ਅਸੀਂ ਗੁਰਦੁਆਰਾ ਅੰਬ ਸਾਹਿਬ ਮੀਟਿੰਗ ਵੀ ਰੱਖਤੀ ਹੈ। ਉਹ ਤਰੀਕ ਅਸੀਂ ਬਾਅਦ ਤੈਅ ਕਰਾਂਗੇ। ਅਸੀਂ ਇਸ ਕੇਸ ਦੀ ਹਰ ਤਰ੍ਹਾਂ ਨਾਲ ਜਿਹੜੀ ਆ ਉਹ ਪੈਰਵਾਈ ਕਰਨ ਵਾਸਤੇ ਵੀ ਕਮੇਟੀ ਤੇ ਪੂਰੇ ਦੇਸ਼ ਦੇ ਵਿੱਚ ਵੀ ਇਹਨੂੰ ਇੱਕ ਲੋਕ ਲਹਿਰ ਬਣਾਉਣ ਵਾਸਤੇ ਵੀ ਅਸੀਂ ਚੱਲਾਂਗੇ। ਇਹ ਧਰਨਾ ਅਸੀਂ ਜਿਹੜਾ ਸਮੇਂ-ਸਮੇਂ ਵੇਚਦੇ ਰਹਾਂਗੇ, 2-3-4 ਮਹੀਨੇ ਦਾ ਸਮਾਂ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।